सन 2000 ਵਿੱਚ ਫਗਵਾੜਾ ਵਿੱਚ ਨੈਤਿਕ ਅਤੇ ਮੌਲਿਕ ਸਿੱਖਿਆ ਦੇ ਲਈ ਇੱਕ ਜਿਹੇ ਸਕੂਲ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਂ ਰੱਖਿਆ ਗਿਆ ਪੰਜਾਬ ਦੇ ਬਹੁਤ ਹੀ ਦਰਵੇਸ਼ ਸੰਤ ਮਹਾਪੁਰਸ਼ ਸਵਾਮੀ ਸੰਤ ਦਾਸ ਜੀ ਮਹਾਰਾਜ ਦੇ ਨਾਂ ਤੇ। और इसी परंपरा ਨੂੰ ਅੱਗੇ ਚਲਾਇਆ और स्कूल ने बेहतरीन रिजल्ट ਦਿੱਤੇ और ਅੱਜ 20 साल बाद ਜਦੋਂ ਕਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ, ਉਸ ਵੇਲੇ ਇੱਕ ਬਹੁਤ ਵੱਡਾ ਕਦਮ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਚੱਕਿਆ ਗਿਆ। ਹਾਲਾਂਕਿ ਲੰਬੇ ਸਮੇਂ ਤੋਂ ਮਾਪਿਆਂ ਦੀਆਂ ਵੀ ਕਾਫੀ ਮੰਗਾਂ ਸਨ ਔਰ ਇਸ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹਰ ਕੋਈ ਵਿਅਕਤੀ ਪਿਸ ਰਿਹਾ ਹੈ। ਉਸ ਵੇਲੇ ਇਹ ਯਤਨ ਜੋ ਹੈ ਉਸ ਨੂੰ ਬਹੁਤ ਹੀ ਮੁੱਲਵਾਨ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਕੀ ਹੈ ਇਹ ਯਤਨ ਔਰ ਫਗਵਾੜਾ ਦੇ ਵਿੱਚ ਖਾਸ ਤੌਰ ਤੇ ਵਿਦਿਆਰਥੀ ਅਤੇ ਮਾਪਿਆਂ ਨੂੰ ਕਿਸ ਤਰ੍ਹਾਂ ਦੀ ਫੌਰੀ ਰਾਹਤ ਜੋ ਮਿਲੇਗੀ, ਸਾਡੇ ਨਾਲ ਨੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸਵਾਮੀ ਸ਼ਾਂਤਾਨੰਦ ਜੀ ਸਾਡੇ ਨਾਲ ਨੇ। ਉਹਨਾਂ ਨਾਲ ਖਾਸ ਗੱਲ ਕਰਾਂਗੇ ਕਿ ਕੀ ਖਾਸ ਯਤਨ ਜੋ ਹੈ ਉਹ ਸਕੂਲ ਮੈਨੇਜਿੰਗ ਕਮੇਟੀ ਨੇ ਕੀਤਾ ਹੈ। ਸਵਾਮੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਕਾਫੀ ਵੱਡੀ ਮਹਾਮਾਰੀ ਹੈ, ਦੇਖਿਆ ਜਾਵੇ ਤਾਂ ਇਹ ਇਸ 21ਵੀਂ ਸਦੀ ਦੀ ਇੱਕ ਸਭ ਤੋਂ ਵੱਡੀ ਮਹਾਮਾਰੀ ਹੈ। ਉਸ ਵੇਲੇ ਜਿਹੜੀ ਇਹ ਰਾਹਤ ਆ ਸਾਨੂੰ ਉਹਦੇ ਬਾਰੇ ਦੱਸੋ ਕਿ ਕੀ ਇਹ ਰਾਹਤ ਆ ਔਰ ਫੌਰੀ ਤੌਰ ਤੇ ਪ੍ਰੈਕਟੀਕਲੀ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਕਿੰਨੀ ਕਿਹਦੇ ਨਾਲ ਸਕੂਨ ਮਿਲੇਗਾ। ਸਭ ਤੋਂ ਪਹਿਲੇ ਤੇ ਜਿਸ ਮਹਾਮਾਰੀ ਦੀ ਤੁਸੀਂ ਗੱਲ ਕੀਤੀ, ਇਹ ਇੱਕ ਐਸੀ ਮਹਾਮਾਰੀ ਜੋ ਮਨੁੱਖੀ ਚੇਤਨਾ ਦੇ ਵਿੱਚ ਨਹੀਂ, ਮਨੁੱਖੀ ਸੋਚ ਦੇ ਵਿੱਚ ਨਹੀਂ ਕਿ ਅਚਨਚੇਤ ਐਸੀ ਮਹਾਮਾਰੀ ਦਾ ਸ਼ਿਕਾਰ ਸਮੁੱਚਾ ਵਿਸ਼ਵ ਹੋ ਜਾਏਗਾ। ਜੀ ਸਕੂਲ 19-20 ਦਾ ਸੈਸ਼ਨ ਆਲਮੋਸਟ ਆਪਣੇ ਸਮਾਪਤੀ ਦੇ ਦੌਰ ਵਿੱਚ ਸੀ ਜੀ। ਐਗਜ਼ਾਮ ਚੱਲ ਰਹੇ ਸਨ, ਕੁਝ ਐਗਜ਼ਾਮ ਵਿੱਚ ਰਹਿ ਗਏ, ਫਿਰ ਲਾਕਡਾਊਨ ਹੋ ਗਿਆ ਔਰ ਉਸ ਦੇ ਬਾਅਦ ਜਿਵੇਂ ਕਿਵੇਂ ਰਿਜ਼ਲਟ ਤਿਆਰ ਕੀਤੇ ਗਏ ਔਰ ਹੁਣ ਇੱਕ ਕੁਐਸਚਨ ਸੀ ਕਿ ਨਵਾਂ ਸਾਲ ਕਿਵੇਂ ਸ਼ੁਰੂ ਕੀਤਾ ਜਾਏ। ਜੀ ਇੱਥੇ ਮੈਂ ਸਭ ਤੋਂ ਪਹਿਲੇ ਇਹ ਗੱਲ ਦੱਸਣਾ ਚਾਹੁੰਦਾ, ਜ਼ਿੰਦਗੀ ਦੇ ਵਿੱਚ ਸਾਰੇ ਘਾਟੇ ਪੂਰੇ ਹੋ ਸਕਦੇ ਨੇ ਜੀ। ਆਰਥਿਕ ਤੌਰ ਤੇ ਮਨੁੱਖ ਨੂੰ ਕੋਈ ਘਾਟਾ ਹੋ ਗਿਆ ਜੀ, ਬਿਜ਼ਨਸ ਜਿਵੇਂ ਆਪਾਂ ਵੇਖ ਰਹੇ ਹਾਂ ਬਹੁਤ ਸਾਰੇ ਬਿਜ਼ਨਸ ਠੱਪ ਹੋ ਗਏ, ਉਦਯੋਗ ਜਗਤ ਬੰਦ ਹੋ ਗਿਆ, ਪਰ ਇੱਕ ਸਟੇਜ ਤੇ ਜਾ ਕੇ ਅਸੀਂ ਇਹਦੇ ਸਾਰੇ ਬਾਰੇ ਭੁੱਲ ਜਾਵਾਂਗੇ। ਮਤਲਬ ਵਿੱਤੀ ਘਾਟੇ ਪੂਰੇ ਹੋ ਸਕਦੇ ਆ, ਵਿੱਤੀ ਘਾਟੇ ਪੂਰੇ ਹੋ ਸਕਦੇ ਨੇ, ਪਰ ਬੱਚਿਆਂ ਦਾ ਜਿਹੜਾ ਸਿੱਖਿਆ ਤੋਂ ਦੂਰ ਹੋ ਜਾਣਾ, ਉਹਦੇ ਨਾਲ ਜਿਹੜਾ ਘਾਟਾ ਪੈਣਾ ਉਹਦੀ ਪੂਰਤੀ ਹੋ ਹੀ ਨਹੀਂ ਸਕਦੀ। ਬਿਲਕੁਲ। ਤੇ ਉਸ ਲਈ ਸਿੱਖਿਆ ਜਗਤ ਦੇ ਨਾਲ ਸੰਬੰਧਿਤ ਸਾਰੇ ਟੀਚਰ ਸਾਹਿਬਾਨ, ਮੈਂ ਪੂਰੇ ਹਿੰਦੁਸਤਾਨ ਦੀ ਗੱਲ ਕਰ ਰਿਹਾ ਇਸ ਵੇਲੇ ਜੀ, ਕਿ ਇੱਕ ਨਵੀਂ ਕ੍ਰਾਂਤੀ ਆਈ ਜੀ। ਕਾਰਪੋਰੇਟ ਜਗਤ ਦੇ ਵਿੱਚ ਤੇ ਅਸੀਂ ਇਹ ਗੱਲ ਸੁਣੀ ਸੀ ਕਿ ਵਰਕ ਫਰਮ ਹੋਮ ਕਲਚਰ, ਜੀ ਠੀਕ ਹੈ, ਘਰ ਬੈਠ ਕੇ ਕੰਮ ਕਰੋ ਜੀ। ਥੋੜੀ ਇਹ ਹੈਰਾਨੀ ਜੀ ਵੀ ਹੁੰਦੀ ਸੀਗੀ ਜੀ ਕਿ ਕਿਵੇਂ ਵਰਕ ਫਰਮ ਹੋਮ ਹੈ, ਪਰ ਸਿੱਖਿਆ ਦੇ ਖੇਤਰ ਦੇ ਵਿੱਚ ਟੀਚਰ ਸਾਹਿਬਾਨ ਨੇ ਵਰਕ ਫਰਮ ਹੋਮ ਕਲਚਰ ਰਾਹੀਂ ਬੱਚਿਆਂ ਨੂੰ ਉਹਨਾਂ ਦੇ ਘਰ ਬੈਠਿਆਂ, ਆਪ ਆਪਣੇ ਘਰ ਬੈਠਿਆਂ, ਔਰ ਜਦ ਕਿ ਬਹੁਤ ਸਾਰੇ ਟੀਚਰਸ ਇਸ ਸਿਸਟਮ ਦੇ ਨਾਲ ਮੈਂ ਇਹ ਸਵਾਲ ਪੁੱਛਣਾ ਸੀ ਚਾਹੁੰਦਾ ਸੀ ਕਿ ਇੱਕ ਨਵਾਂ ਐਕਸਪੈਰੀਮੈਂਟ ਜਿਹੜਾ ਇੱਕ ਨਵਾਂ ਐਕਸਪੀਰੀਅੰਸ ਸੀਗਾ ਟੀਚਰ ਦੇ ਲਈ, ਕਿਉਂਕਿ ਆਨਲਾਈਨ ਨਾਲ ਸਾਰੇ ਵਾਸਤਾ ਨਹੀਂ ਹੁੰਦੇ ਤੇ ਉਸ ਵੇਲੇ ਬਿਲਕੁਲ ਇਹਨੂੰ ਇੰਪਲੀਮੈਂਟ ਕਰਨਾ ਪਿਆ। ਇਹ ਕਿੰਨਾ ਕੁ ਮੁਸ਼ਕਲ ਸੀਗਾ ਸਕੂਲ? ਇਟ ਵਾਸ ਆਲ ਟੂਗੇਦਰ ਡਿਫਰੈਂਟ ਕਾਈਂਡ ਆਫ ਐਕਸਪੀਰੀਅੰਸ ਔਰ ਉਹਦੇ ਵਾਸਤੇ ਮੇਰੇ ਤੋਂ ਜ਼ਿਆਦਾ ਸਾਡੇ ਸਕੂਲ ਦੇ ਪ੍ਰਿੰਸੀਪਲ ਮਿਸਿਸ ਅੰਜੂ ਮਹਿਤਾ ਬੈਠੇ ਨੇ ਇੱਥੇ, ਇਹ ਜ਼ਿਆਦਾ ਦੱਸ ਸਕਦੇ ਨੇ, ਪਰ ਇਹਨਾਂ ਨੇ ਜੋ ਮਿਹਨਤ ਕੀਤੀ, ਜੋ ਇੱਕ ਕ੍ਰਾਂਤੀ ਲਿਆਂਦੀ, ਟੀਚਰਸ ਨੂੰ ਕਿਵੇਂ ਟ੍ਰੇਨਿੰਗ ਦਿੱਤੀ ਜਾਏ। ਮੈਨੂੰ ਇਹਨਾਂ ਨੇ ਦੱਸਿਆ ਉਸ ਵੇਲੇ ਕਿ ਗੂਗਲ ਤੋਂ ਸਪੈਸ਼ਲ ਕਿਸੇ ਟ੍ਰੇਨਰ ਕੋਲੋਂ ਟ੍ਰੇਨਿੰਗ ਲਈ ਗਈ, ਵੈਬੀਨਾਰ ਕਰਵਾਇਆ ਗਿਆ ਉਸ ਵੇਲੇ ਔਰ ਉਸ ਦੇ ਬੇਸ ਤੇ ਫਿਰ ਮੈਡਮ ਨੇ ਖੁਦ ਕੁਝ ਵੈਬੀਨਾਰਸ ਲਗਾਏ, ਟੀਚਰਸ ਨੂੰ ਟ੍ਰੇਨਿੰਗ ਦਿੱਤੀ, ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜੀ ਰੱਖਣ ਦਾ ਇੱਕ ਯਤਨ ਸੀ। ਪਹਿਲੇ 5-7 ਦਿਨ ਕੁਝ ਦਿੱਕਤਾਂ ਵੀ ਆਈਆਂ, ਇਸ ਕੋਈ ਦੋ ਰਾਏ ਨਹੀਂ, ਕਿਉਂਕਿ ਜਿਹੜੇ ਘਰ ਬੈਠੇ ਪੇਰੈਂਟਸ ਆ ਜਾਂ ਬੱਚੇ ਉਹਨਾਂ ਲਈ ਵੀ ਇੱਕ ਨਵਾਂ ਐਕਸਪੀਰੀਅੰਸ ਸੀ, ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿੱਦਾਂ ਮੂਵ ਕਰਨਾ, ਕਿੱਦਾਂ ਸਵਾਲ ਆਪਣੇ, ਪਰ 5-7 ਦਿਨ ਦੇ ਬਾਅਦ ਹੀ
ਇੰਨਾ ਕੁ ਸਹਿਜ ਹੋ ਗਿਆ ਜੀ ਲੋਕਾਂ ਵੱਲੋਂ ਪੋਜ਼ਿਟਿਵ ਕਮੈਂਟਸ ਵੀ ਆਏ ਜੀ ਔਰ ਤੁਸੀਂ ਹੈਰਾਨ ਹੋਵੋਗੇ ਵੀ ਨਾ ਸਿਰਫ ਟੀਚਿੰਗ ਤੱਕ ਸੀਮਿਤ ਰਹੇ, ਜੋ ਐਕਟੀਵਿਟੀਜ਼ ਸਕੂਲ ਦੇ ਵਿੱਚ ਗਾਏ ਬਗਾਏ ਹੁੰਦੀਆਂ ਨੇ, ਪੋਲੀਟੀਕਲ ਕੰਪੀਟੀਸ਼ਨ ਹੈ, ਉਹ ਵੀ ਆਨਲਾਈਨ ਸਟੋਰੀ ਟੈਲਿੰਗ ਹੈ, ਬੱਚੇ ਘਰ ਵਿੱਚ ਬੈਠ ਕੇ ਕੀ ਕ੍ਰੀਏਟਿਵ ਕੰਮ ਕਰ ਰਹੇ ਨੇ, ਕੋਈ ਆਰਟ ਦਾ, ਕੋਈ ਪੇਂਟਿੰਗ ਕੰਪੀਟੀਸ਼ਨ, ਕੋਈ ਹੋਰ ਕੰਪੀਟੀਸ਼ਨ, ਇੱਥੋਂ ਤੱਕ ਕਿ ਕੁਝ ਐਡੀਸ਼ਨਸ ਕਰ ਦਿੱਤੀਆਂ ਜੀ। ਬੱਚਿਆਂ ਦੇ ਕੁਕਿੰਗ ਕੰਪੀਟੀਸ਼ਨ ਐਡ ਕਰ ਦਿੱਤੇ ਜੀ ਕਹਿਣ ਤੋਂ ਭਾਵ ਕਿ ਬੱਚੇ ਘਰ ਖਾਲੀ ਨਾ ਬੈਠੇ ਰਹਿਣ। ਜੀ ਸਭ ਤੋਂ ਵੱਡਾ ਨੁਕਸਾਨ ਉਹ ਹੈ ਕਿ ਜੇ ਬੱਚੇ ਘਰ ਖਾਲੀ ਬੈਠ ਜੀ। ਗਏ, ਪੈਰੈਂਟਸ ਵਾਸਤੇ ਬੜੀ ਫਰਸਟ੍ਰੇਸ਼ਨ ਹੋ ਜਾਣੀ ਜੀ। ਸੀਗੀ। ਪੈਰੈਂਟਸ ਨੇ ਆਪਣੀ ਖੁਸ਼ੀ ਦਾ ਇਜ਼ਹਾਰ, ਮੇਰੇ ਕੋਲ ਬਹੁਤ ਸਾਰੇ ਪੈਰੈਂਟਸ ਨੇ ਪਰਸਨਲ ਲੈਵਲ ਤੇ, ਜੀ ਖਾਸ ਕਰਕੇ ਜਲੰਧਰ ਤੋਂ ਤੇ ਫੋਨ ਪੈਰੈਂਟਸ ਦੇ ਆਏ ਔਰ ਇੱਥੇ ਮੈਡਮ ਪ੍ਰਿੰਸੀਪਲ ਨੂੰ ਫੋਨ ਆਉਂਦੇ ਰਹੇ ਜੀ। ਕਿ ਇਹ ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ। ਲੋਕ ਜਿਹੜੇ ਨੇ ਮਤਲਬ ਇਸ ਗੱਲ ਦੀ ਖੁਸ਼ੀ ਪ੍ਰਗਟਾਉਂਦੇ ਰਹੇ ਗਾਹੇ ਬਗਾਏ ਕਿ ਬੱਚੇ ਸਾਡੇ ਬਿਜ਼ੀ ਹੋ ਗਏ, ਨਹੀਂ ਤੇ ਇਹਨਾਂ ਨੂੰ ਮੈਨੇਜ ਕਰਨਾ, ਸੱਚਮੁੱਚ ਬੱਚਿਆਂ ਨੂੰ ਮੈਨੇਜ ਕਰਨਾ ਬਹੁਤ ਔਖਾ ਹੈ। ਇੱਕ ਪੈਰੈਂਟ ਵਾਸਤੇ ਦੋ ਬੱਚਿਆਂ ਨੂੰ ਘਰ ਦੇ ਵਿੱਚ ਮੈਨੇਜ ਕਰਨਾ ਔਖਾ ਹੈ, ਤੇ ਇੱਕ ਟੀਚਰ ਤੇ ਕਲਾਸ ਦੇ ਵਿੱਚ 40-45 ਬੱਚਿਆਂ ਨੂੰ ਮੈਨੇਜ ਕਰਦੀ ਹੈ ਤੇ ਬੱਚਿਆਂ ਨੂੰ ਇਸ ਢੰਗ ਨਾਲ ਜੋੜਿਆ ਗਿਆ। ਇਹ ਬੜਾ ਵਧੀਆ ਜਿਹਾ ਉਪਰਾਲਾ ਰਿਹਾ। ਤੇ ਆਨਲਾਈਨ ਐਜੂਕੇਸ਼ਨ ਖਾਸ ਕਰਕੇ ਮੈਂ ਜ਼ਰੂਰ ਕਹਾਂਗਾ ਕਿ ਸਵਾਮੀ ਸਮਦਾਸ ਪਬਲਿਕ ਸਕੂਲ ਜਲੰਧਰ, ਸਵਾਮੀ ਸਮਦਾਸ ਪਬਲਿਕ ਸਕੂਲ ਫਗਵਾੜਾ ਵੱਲ ਆਨਲਾਈਨ ਐਜੂਕੇਸ਼ਨ ਦਾ ਉਪਰਾਲਾ ਬਹੁਤ ਵਧੀਆ ਰਿਹਾ। ਲੋਕਾਂ ਨੇ ਇਸ ਦੀ ਤਾਰੀਫ ਵੀ ਕੀਤੀ ਔਰ ਖਾਸ ਕਰਕੇ ਮੈਨੂੰ ਇਸ ਗੱਲ ਦੀ ਖੁਸ਼ੀ ਹੈਗੀ ਕਿਉਂਕਿ ਟੀਚਰ ਦਾ ਟੀਚਿੰਗ ਪ੍ਰੋਫੈਸ਼ਨ ਨਹੀਂ ਹੋਣਾ ਚਾਹੀਦਾ ਜੀ। ਟੀਚਰ ਦਾ ਟੀਚਿੰਗ ਪੈਸ਼ਨ ਹੋਣਾ ਚਾਹੀਦਾ ਬਸ, ਠੀਕ ਹੈ। ਤੇ ਇੱਥੋਂ ਇਹ ਲੱਗਦਾ ਹੈ ਕਿ ਜਿਹੜੇ ਟੀਚਰਸ ਨੇ ਆਨਲਾਈਨ ਰਾਹੀਂ ਮਤਲਬ ਆਪ ਟ੍ਰੇਨਿੰਗ ਲੈ ਕੇ ਫਿਰ ਆਪਣੇ ਆਪ ਨੂੰ ਉਹਦੇ ਨਾਲ ਸਿਸਟਮ ਦੇ ਨਾਲ ਵੈਲ ਵਰਸ ਕਰਕੇ ਇਹ ਜਿਹੜਾ ਕੰਮ ਕੀਤਾ, ਇਹਦਾ ਮਤਲਬ ਸੱਚ ਗੱਲ ਇੱਥੋਂ ਸਿੱਧ ਹੋ ਗਈ ਕਿ ਉਹ ਟੀਚਰ ਜਿਨ੍ਹਾਂ ਨੇ ਇਸ ਆਨਲਾਈਨ ਸਿਸਟਮ ਦੇ ਨਾਲ ਬੱਚਿਆਂ ਨੂੰ ਘਰ ਬੈਠੇ ਐਜੂਕੇਟ ਕੀਤਾ, ਸੱਚਮੁੱਚ ਉਹਨਾਂ ਦਾ ਪ੍ਰੋਫੈਸ਼ਨ ਨਹੀਂ ਸੀ, ਉਹਨਾਂ ਦਾ ਪੈਸ਼ਨ ਸੀ। ਅੱਛਾ, ਇੱਕ ਸਵਾਲ ਮੇਰੇ ਮਾਈਂਡ ਵਿੱਚ ਆ ਰਿਹਾ, ਸਾਰਿਆਂ ਦੇ ਆ ਰਿਹਾ ਆ। ਹਰ ਕੋਈ ਵਿਅਕਤੀ, ਅਸੀਂ ਵੀ ਖੁਦ ਆਪ ਵੀ ਅਸੀਂ ਕਹਿ ਰਹੇ ਹਾਂ ਕਿ ਘਰ ਦੇ ਪਰਿਵਾਰ ਨੂੰ ਮੈਨੇਜ ਕਰਨਾ ਬੜਾ ਔਖਾ ਆ। ਸਾਡਾ ਬਿਜ਼ਨਸ ਬਹੁਤ ਸਫਲ ਹੋਇਆ ਇਹਦੇ ਨਾਲ। ਜੇ ਕੋਈ ਕਿਸੇ ਦੇ EMPLOYE ਸੀਗਾ, ਉੱਥੇ ਤਨਖਾਹਾਂ ਘੱਟ ਮਿਲ ਰਹੀਆਂ, ਬਹੁਤ ਸਾਰਾ ਇਹੋ ਜਿਹਾ ਸਿਸਟਮ ਹੈਗਾ। ਬਟ ਜੇ ਅਸੀਂ ਦੋਨੇ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਫਾਈਨੈਂਸ਼ੀਅਲ, ਤੁਹਾਡੇ ਸਾਹਮਣੇ ਵੀ ਬਹੁਤ ਸਾਰੀਆਂ ਚੁਣੌਤੀਆਂ ਖਾਸ ਤੌਰ 'ਤੇ ਆ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਸੈਲਰੀਜ਼ ਅਧਿਆਪਕਾਂ ਦੀਆਂ ਰਹੀਆਂ, ਬਹੁਤ ਸਾਰੇ ਉਹਦੇ ਵਿੱਚ ਜਿਹੜੇ ਫੰਡਾਮੈਂਟਲ ਤੁਹਾਡੇ ਖਰਚੇ ਜਿਹੜੇ ਘੱਟ ਨਹੀਂ ਹੋ ਸਕਦੇ, ਬਿਜਲੀ ਦੇ ਬਿੱਲ ਹੈਗੇ, ਉਹਦੇ ਵਿੱਚ ਹੋਰ ਟੈਕਸਿਸ ਹੈ ਬਹੁਤ ਸਾਰੇ। ਮੇਰਾ ਸਵਾਲ ਇਹ ਸੀ ਕਿ ਬਹੁਤ ਵੱਡੀ ਚੁਣੌਤੀ, ਅਸੀਂ ਆਪਣੇ ਐਂਡ ਤੇ ਤਾਂ ਦੇਖਦੇ ਹਾਂ ਕਿ ਸਾਡੇ ਲਈ ਪਰਿਵਾਰ ਚਲਾਉਣਾ ਕਿੱਡਾ ਔਖਾ ਆ, ਉਹ ਕਿੰਨੀ ਕੁ ਵੱਡੀ ਚੁਣੌਤੀ ਤੁਹਾਡੇ ਸਾਹਮਣੇ ਆਈ? ਦੇਖੋ ਜੀ, ਇੱਕ ਗੱਲ ਨੂੰ ਤੇ ਸਮਝਣਾ ਹੋਏਗਾ, ਇਸ ਮਹਾਮਾਰੀ ਨੇ ਸਾਰਿਆਂ ਨੂੰ ਇਫੈਕਟ ਕੀਤਾ ਜੀ। ਇਟ ਹੈਜ਼ ਇਫੈਕਟਡ ਵਨ ਐਂਡ ਬਿਲਕੁਲ ਨਾਰਮਲ ਤੋਂ ਲੈ ਕੇ ਕਾਰਪੋਰੇਟ ਇੰਡਸਟਰੀ ਤੱਕ। ਹਾਂ, ਕੋਈ ਵੀ ਇਹ ਤੋਂ ਬਚਿਆ ਨਹੀਂ ਰਿਹਾ ਜੀ। ਕਾਰਪੋਰੇਟ ਇੰਡਸਟਰੀ ਦੀ ਗੱਲ ਛੱਡ ਦਈਏ, ਕਿਤੇ ਨਾ ਕਿਤੇ ਕਾਰਪੋਰੇਟ ਇੰਡਸਟਰੀ ਤੇ ਐਟ ਬੈਨੀਫਿਟ ਵੀ ਰਹੀ ਹੋਏਗੀ, ਮਤਲਬ ਆਈ ਹੈਵ ਨੋ ਹੈਜ਼ਿਟੇਸ਼ਨ ਟੂ ਸੇ ਦਿਸ, ਹੈ ਨਾ। ਬਟ ਜਿਹੜਾ ਮੱਧਮ ਤਬਕਾ, ਜਿਹਨੂੰ ਆਪਾਂ ਮਿਡਲ ਕਲਾਸ ਕਹਿੰਦੇ, ਜਿਹੜਾ ਮੀਡੀਓਕਰ ਹੈਗਾ, ਉਹ ਤੇ ਬੜਾ ਬੁਰੀ ਤਰ੍ਹਾਂ ਨਾਲ ਇਫੈਕਟ ਹੋਇਆ। ਮੱਧਮ ਤਬਕੇ ਦਾ, ਜਿਹਨੂੰ ਅਸੀਂ MSME ਕਹਿੰਦੇ ਆ, ਸਾਰੀ ਇੰਡਸਟਰੀਜ਼ ਵੀ ਇਫੈਕਟ ਹੋਈ ਹੈ, ਕਾਰੋਬਾਰ ਸਾਰੇ ਠੱਪ ਹੋਏ ਨੇ, ਟ੍ਰੇਡਰ ਸਾਰੇ ਡਿਸਟਰਬ ਹੋਏ ਨੇ। ਔਰ ਜਿਵੇਂ ਤੁਸੀਂ ਸੈਲਰੀਡ ਪਰਸਨਸ ਦੀ ਵੀ ਗੱਲ ਕੀਤੀ ਹੈ, ਕੁਝ ਲੋਕਾਂ ਨੂੰ ਸੈਲਰੀਜ਼ ਨਹੀਂ ਮਿਲੀਆਂ, ਤਾਂ ਇਫੈਕਟਡ ਸਾਰੇ ਹੋਏ ਨੇ ਇਹਦੇ ਨਾਲ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿੱਖਿਆ ਜਗਤ ਦੇ ਵਿੱਚ ਆਪਣਾ ਅਹਿਮ ਰੋਲ ਨਿਭਾ ਰਹੇ ਇਹ ਪ੍ਰਾਈਵੇਟ ਸਕੂਲ ਜੀ, ਬਹੁਤ ਵੱਡਾ ਰੋਲ ਹੈਗਾ ਪ੍ਰਾਈਵੇਟ ਸਕੂਲਾਂ ਦਾ। ਮੈਂ ਜਨਰਲ ਗੱਲ ਕਰ ਰਿਹਾ। ਪ੍ਰੈਜ਼ੈਂਟਲੀ ਮੈਂ ਇਹਦੇ ਨਾਲ ਹੀ ਐਡ ਕਰਨਾ ਚਾਹੁੰਦਾ ਵੀ ਹੱਲੇ ਤੱਕ ਕੋਈ ਫੌਰੀ ਰਾਹਤ ਸਕੂਲਾਂ ਨੂੰ ਸਰਕਾਰ ਨੇ ਨਹੀਂ ਦਿੱਤੀ ਫਾਈਨੈਂਸ਼ਲੀ। ਹੱਲੇ ਤੱਕ ਆਪਣੇ ਐਂਡ ਤੇ ਹੀ ਸਕੂਲ ਕਰ ਰਿਹਾ ਵੀ ਇੱਕ ਤਰ੍ਹਾਂ ਫੌਰੀ ਰਾਹਤ ਵਾਲੀ ਕੋਈ ਫਾਈਨੈਂਸ਼ੀਅਲ ਰਾਹਤ ਹੱਲੇ ਅਨਾਉਂਸ ਨਹੀਂ ਹੋਈ ਹੱਲੇ। ਹਾਂ, ਕਿਉਂਕਿ ਮਤਲਬ ਹਾਲੇ ਤੱਕ ਸਰਕਾਰ ਵੱਲੋਂ ਤੇ ਕੋਈ ਐਸੀ ਰਾਹਤ ਸਾਨੂੰ ਕੋਈ ਬਹੁਤੀ ਅਪੇਕਸ਼ਾ ਵੀ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਹੋਏਗੀ, ਇਹ ਤੁਹਾਨੂੰ ਦੱਸ ਦਿਆਂ। ਪਰ ਬੜਾ ਕੰਪਲਿਕੇਟਡ ਜਿਹਾ ਮੈਟਰ ਹੈਗਾ ਕਿ ਸਕੂਲਾਂ ਦੇ, ਜਿਵੇਂ ਤੁਸੀਂ ਕਿਹਾ, ਖਰਚੇ ਆਪਣੇ ਹੈਗੇ ਨੇ। ਪਹਿਲੇ ਮੈਂ ਗੱਲ ਕਰ ਰਿਹਾ ਸੀ ਕਿ ਪ੍ਰਾਈਵੇਟ ਸਕੂਲਾਂ ਦੇ ਯੋਗਦਾਨ ਨੂੰ ਸਿੱਖਿਆ ਦੇ ਖੇਤਰ ਵਿੱਚ ਭੁੱਲਣਾ ਨਹੀਂ ਚਾਹੀਦਾ। ਅੱਜ ਹਰ ਮਾਂ-ਬਾਪ ਦੀ ਇੱਕ ਇੱਛਾ ਹੈਗੀ ਹੈ ਕਿ ਆਪਣਾ ਬੱਚਾ ਚੰਗੇ ਤੋਂ ਚੰਗੇ ਸਕੂਲ 'ਚ ਭੇਜਿਆ ਜਾਵੇ, ਉੱਥੇ
ਚੰਗੇ ਟੀਚਰ ਹੋਣ ਪੜਾਉਣ ਵਾਲੇ, ਜੀ। ਉੱਥੇ ਚੰਗਾ ਐਟਮੋਸਫੀਅਰ ਹੋਵੇ, ਉੱਥੇ ਚੰਗਾ ਇਨਫਰਾਸਟ੍ਰਕਚਰ ਹੋਵੇ, ਜੀ। ਉੱਥੇ ਬੱਚੇ ਦੀ ਆਲ ਰਾਊਂਡ ਡਿਵੈਲਪਮੈਂਟ ਹੋਵੇ। ਇਹ ਆਮ ਤੌਰ ਤੇ ਪੇਰੈਂਟ ਦੀ ਅਪੇक्षा ਹੈਗੀ ਹੈ ਜੀ ਤੇ ਇਹਨਾਂ ਅਪੇक्षाਵਾਂ ਦੇ ਨਾਲ ਹੀ ਉਹ ਸਕੂਲਾਂ ਦੇ ਵਿੱਚ ਭੇਜਦੇ ਨੇ। ਤੇ ਪ੍ਰਾਈਵੇਟ ਸਕੂਲਾਂ ਦੇ ਖਰਚੇ ਵੀ ਬਹੁਤ ਜ਼ਿਆਦਾ ਨੇ। ਜੀ ਦੇਖੋ ਹੁਣ ਬਿਜਲੀ ਦਾ ਖਰਚੇ ਦੀ ਤੁਸੀਂ ਗੱਲ ਕੀਤੀ, ਇਹ ਮਿਨੀਮਮ ਖਰਚਾ ਤੇ ਆਏਗਾ ਹੀ ਆਏਗਾ। ਅੱਛਾ, ਹੁਣ ਟਰਾਂਸਪੋਰਟ ਹੈਗੀ, ਟਰਾਂਸਪੋਰਟ ਦੇ ਵਿੱਚ ਤੁਹਾਨੂੰ ਟੈਕਸਿਸ ਦੇਣੇ ਹਾਂ, ਪੈਣਗੇ, ਪਰਮਿਟਸ ਸਾਲਾਨਾ ਪਰਮਿਟ ਬਣਾਉਣੇ ਪੈਣਗੇ। ਹਾਂ। ਔਰ ਇਸ ਤੋਂ ਇਲਾਵਾ ਜਿੰਨੇ ਵੀ ਖਰਚੇ ਨੇ, ਇੰਸ਼ੋਰੈਂਸ ਸੈਕਟਰ ਦਾ ਖਰਚਾ ਹੈ। ਹੁਣ ਕਿਸੇ ਵੀ ਬੱਸ ਦੀ ਇੰਸ਼ੋਰੈਂਸ ਤੇ ਸਾਲਾਨਾ ਹੀ ਹੋਣੀ ਹੈ ਨਾ। ਜੀ ਜੀ ਠੀਕ ਹੈ। ਔਰ ਫਿਰ ਗਾਹੇ ਬਗਾਹੇ ਸਕੂਲ ਦੇ ਵਿੱਚ 15 ਸਾਲ ਇੱਕ ਬੱਸ ਚੱਲਦੀ ਹੈ, ਜੀ। 15 ਸਾਲ ਦੇ ਬਾਅਦ ਬੱਸ ਵੀ ਨਵੀਂ ਲੈਣੀ ਹੈ। ਜੀ। ਸਕੂਲ ਦੇ ਬਹੁਤ ਸਾਰੇ ਖਰਚੇ ਹੁੰਦੇ ਨੇ। ਲੋਕਾਂ ਦੀ ਇੱਕ ਆਪਣੇ ਢੰਗ ਦੀ ਕੈਲਕੂਲੇਸ਼ਨ ਹੁੰਦੀ ਹੈ। ਸਕੂਲਾਂ ਦੇ ਵਿੱਚ ਟੀਚਰਸ ਦੀ ਬਹੁਤ ਸਾਰੀ ਸੈਲਰੀ ਹੁੰਦੀ ਹੈ। ਜੀ ਮੈਂ ਕੱਲ ਵੀ ਆਪਣੀ ਇੰਟਰਵਿਊ 'ਚ ਗੱਲ ਕਹੀ ਸੀ ਕਿ ਸਵਾਮੀ ਸੰਦਾਸ ਪਬਲਿਕ ਸਕੂਲ ਦੀ ਮੈਂ ਗੱਲ ਕਰਦਾ, ਔਰ ਇਹੋ ਜਿਹੀ ਸਥਿਤੀ ਬਹੁਤ ਸਾਰੇ ਸਕੂਲਾਂ ਦੀ, ਸਾਰੇ ਸਕੂਲਾਂ ਦੀ ਲਗਭਗ, ਜੀ ਜਿੱਥੇ ਲਗਭਗ 30,000 ਤੋਂ ਲੈ ਕੇ ਤੇ 80-85 ਹਜ਼ਾਰ ਤੱਕ ਤਨਖਾਹ ਇੱਕ ਟੀਚਰ ਦੀ। ਇੱਕ ਟੀਚਰ ਦੀ। ਜੀ। ਉਹ ਮਤਲਬ ਕਲਾਸ ਵਾਈਜ਼ ਟੀਚਰ ਜੀ। ਹੈਗੇ ਨੇ, ਕੋਈ teachers- lecturer ਹੈ, ਹਾਂ, ਕੋਈ senior ਲੈਕਚਰਰ ਹੈ, lecturer, ਕੋਈ ਜੀ। ਸੀਨੀਅਰ ਲੈਕਚਰਰ ਹੈਗਾ, ਜੀ। ਕੋਈ TGT ਲੈਵਲ ਤੇ ਹੈਗਾ, ਜੀ। ਕੋਈ PRT, ਕੋਈ ਜੀ। ਪ੍ਰੀ ਪ੍ਰਾਇਮਰੀ ਟੀਚਰ ਹੈਗਾ। ਜੀ। ਡਿਫਰੈਂਟ ਕੈਟਾਗਰੀਜ਼ ਹੈਗੀਆਂ ਨੇ। ਜੀ। ਇਹ ਟੀਚਰਸ ਦੀ ਅੱਛੀ ਸੈਲਰੀਜ਼ ਨੇ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ ਕਿ ਜੇ ਅਸੀਂ ਕੈਲਕੂਲੇਟ ਕਰੀਏ ਨਾ, ਅਸੀਂ ਸਕੂਲਾਂ ਵਾਲੇ 12 ਤਨਖਾਹਾਂ ਨਹੀਂ ਦਿੰਦੇ, 13 ਤਨਖਾਹਾਂ ਦਿੰਦੇ ਆ। ਜੀ 13 ਮਹੀਨੇ ਦੀ ਸੈਲਰੀ ਦਿੰਦੇ ਆ। ਜੀ ਗ੍ਰੈਚੁਟੀ ਮਤਲਬ ਬਾਈ ਵਰਚੂ ਆਫ ਗ੍ਰੈਚੁਟੀ ਐਕਟ, ਜੀ ਇਹ ਸਾਡੇ ਤੇ ਮਤਲਬ ਕੰਪਲਸ਼ਨ ਹੈਗੀ ਹੈ ਕਿ ਐਟ ਦੀ ਐਂਡ ਆਫ ਦੀ ਸਰਵਿਸ ਹਾਂ। ਅਸੀਂ ਗ੍ਰੈਚੁਟੀ ਵੀ ਪੇ ਕਰਦੇ Pay ਹਾਂ। ਕਰਦੇ ਹਾਂ। ਤੇ ਜੇ ਗ੍ਰੈਚੁਟੀ ਨੂੰ ਅਸੀਂ ਇਨ ਕੈਲਕੂਲੇਸ਼ਨ ਲੈ ਆਈਏ ਹਾਂ। ਤੇ 13 ਮਹੀਨੇ ਦੀ ਸੈਲਰੀ, ਲੋਕ ਆਪਣੇ ਢੰਗ ਦੇ ਨਾਲ ਬੜੀਆਂ ਤਰ੍ਹਾਂ ਦੀਆਂ ਕੈਲਕੂਲੇਸ਼ਨਸ ਕਰਦੇ ਅੱਛਾ, ਨੇ। ਪੇਰੈਂਟਸ ਦੇ ਐਂਡ ਤੇ ਦੇਖਿਆ ਜਾਵੇ ਤਾਂ ਪੇਰੈਂਟਸ ਆਪਣੀ ਜਗ੍ਹਾ ਇਸ ਕਰਕੇ ਵੀ ਸੱਚੇ ਹੈ ਕਿ ਆਰਥਿਕਤਾ ਤੇ ਸੱਟ ਤਾਂ ਪਈ ਹੈ। ਉਸ ਵੇਲੇ ਮੇਰਾ ਇਹ ਸਵਾਲ ਸੀ ਕਿ ਜਿਹੜਾ ਤੁਹਾਡਾ ਕਦਮ ਹੈ, ਆਮ ਤੌਰ ਤੇ ਇਹ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹੱਲੇ ਉਹ ਆਉਣ ਵਾਲੇ ਸਮੇਂ 'ਚ ਆ ਸਕਦੇ, ਹੋਰ ਵੀ ਇਹੋ ਜਿਹੇ ਐਲਾਨ ਹੋ ਸਕਦੇ ਆ। ਨਹੀਂ, ਪਰ ਜਿਹੜਾ ਤੁਹਾਡਾ ਇਹ ਐਲਾਨ ਆ ਕਿ ਜੋ ਅਪ੍ਰੈਲ ਔਰ ਮਈ ਦੀ ਜਿਹੜੀ ਫੀਸ ਆ, ਤੁਸੀਂ ਬਿਲਕੁਲ ਟਿਊਸ਼ਨ ਫੀਸ ਜਿਹੜੀ ਨਹੀਂ ਕਿਹਾ ਕਿ ਨਹੀਂ ਲੈਣਾ, ਇਸ ਤੋਂ ਇਲਾਵਾ ਇਹਦੇ ਵਿੱਚ ਕੀ ਕੀ ਹੈਗਾ? ਨਹੀਂ, ਪਹਿਲੇ ਤਾਂ ਤੁਹਾਨੂੰ ਮੈਂ ਜਿਵੇਂ ਤੁਸੀਂ ਕਿਹਾ ਨਾ ਕਿ ਇਟ ਹੈਜ਼ ਅਫੈਕਟਡ ਵਨ ਐਂਡ ਆਲ। ਜੀ ਕੋਈ ਬੰਦਾ ਇਸ ਸਮੱਸਿਆ ਤੋਂ ਅਛੂਤਾ ਤੇ ਨਹੀਂ ਰਿਹਾ। ਜੀ ਤੇ ਨੈਚੁਰਲੀ ਆਰਥਿਕ ਤੌਰ ਤੇ ਕੁਝ ਲੋਕਾਂ ਦੀ ਸਥਿਤੀ ਬਹੁਤ ਗੰਭੀਰ ਵੀ ਹੋ ਗਈ। ਜੀ ਔਰ ਜਿੱਥੋਂ ਤੱਕ ਸਵਾਮੀ ਸੰਦਾਸ, ਮੈਂ ਇਸ ਸੰਦਰਭ ਦੇ ਵਿੱਚ ਸਿਰਫ ਸਵਾਮੀ ਸੰਦਾਸ ਪਬਲਿਕ ਸਕੂਲ ਦੀ ਗੱਲ ਬਿਲਕੁਲ ਕਰਾਂਗਾ। ਤੁਸੀਂ ਹਾਂ, ਕਿਉਂਕਿ ਇਹ ਡਿਸੀਜਨ ਤੁਹਾਡਾ ਆਪਣੇ ਐਂਡ ਤੇ ਆ, ਆਪਣੇ ਸਕੂਲ ਦੇ ਬਿਹਾਫ ਤੇ ਤੁਸੀਂ ਇਹ ਡਿਸੀਜਨ ਲਿਆ, ਬਾਕੀਆਂ ਨੂੰ ਇਹਦਾ ਕੋਈ ਸੰਬੰਧ ਸਵਾਮੀ ਸੰਦਾਸ ਪਬਲਿਕ ਸਕੂਲ ਇੱਕ ਸੈਂਟਰਲ ਇੰਸਟੀਟਿਊਸ਼ਨ ਹੈ। ਨਹੀਂ। ਮੇਰੇ ਪਰਮ ਪੂਜ ਗੁਰਦੇਵ ਸਵਾਮੀ ਸੰਦਾਸ ਮਹਾਰਾਜ ਦੇ ਨਾਮ ਤੇ ਹੈ। ਜੀ ਮੇਰੇ ਪਰਮ ਪੂਜ ਗੁਰੂ ਔਰ स्वामी ईश्वरदास महाराज के द्वारा संस्थापित है। जी और प्रीतम पवन उदासीन आश्रम द्वारा जी स्वामी प्रीतम दास उदासीन अध्यात्म ट्रस्ट राही ये संस्था जी संचालित है। जी ਤੇ स्वामी संतदास महाराज और स्वामी ईश्वरदास महाराज ਦੇ ਜੀਵਨ ਦਾ ਇੱਕ ਮਿਸ਼ਨ ਰਿਹਾ। ਜਦੋਂ ਵੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਾਕ੍ਰਿਤਿਕ ਆਪਦਾ ਆਈ, ਹੜ੍ਹ ਆਏ, ਬਾੜ ਆਈ, ਜਾਂ ਕੋਈ ਤੂਫਾਨ ਆਇਆ ਜਾਂ ਕੋਈ ਭੂਚਾਲ ਆਇਆ, ਜਾਂ ਇਸ ਤੋਂ ਪਹਿਲੇ ਮੈਂ 1971 ਦੀ ਗੱਲ ਕਰਦੇ ਹਾਂ ਤੇ ਪਾਕਿਸਤਾਨ ਹਿੰਦੁਸਤਾਨ ਦਾ ਯੁੱਧ ਹੋਇਆ, 65 ਤੇ 71 ਦੋਨੋਂ ਵਾਰ स्वामी संतदास महाराज आप अगे होके सेवा करने विच मतलब गए जी। और स्वामी ईश्वरदास महाराज भी हमेशा समाजिक सेवा लई समर्पित रहे, तत्पर रहे जी। ते उसे मिशन नूं अगे तुरदे स्कूल दे एंबलम दे विच एक लाइन लिखी हुई है, सर्विस टू ह्यूमैनिटी। ठीक है, बस उस नूं ध्यान विच रखदे होया ਮਨੁੱਖਤਾ ਦੀ ਸੇਵਾ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਇੱਕ ਕਦਮ ਜ਼ਰੂਰ ਚੱਕਿਆ ਗਿਆ। ਔਰ ਇਸ ਸੋਚ ਦੇ ਨਾਲ ਕਿ ਕਿਸੇ ਦੀ ਤੁਸੀਂ ਕਿਤਨੀ ਮਦਦ ਕਰ ਸਕਦੇ ਹੋ, ਹਾਂ ਬਿਲਕੁਲ, ਪਰ ਮੈਂ ਮਹਿਸੂਸ ਕਰਦਾ ਕਿ ਫੌਰੀ ਤੌਰ ਤੇ ਐਟ ਲੀਸਟ ਇਹ ਜਿਹੜੇ 2 ਲੋਕਡਾਊਨ ਪੀਰੀਅਡ ਦੇ 2 ਮਹੀਨੇ ਸੀਗੇ, ਇਹਦੇ ਵਿੱਚ ਪੈਰੈਂਟਸ ਨੂੰ ਸਕੂਲ ਨੂੰ ਕੁਝ ਨਹੀਂ ਦੇਣਾ ਪਿਆ ਔਰ ਸਕੂਲ ਨੇ ਆਪਣੀਆਂ ਸੇਵਾਵਾਂ ਯਥਾਵਤ ਦਿੱਤੀਆਂ। ਕਿਹਾ ਤੇ ਆਪਣੇ ਜਿਹੜੇ ਮਹਾਂਪੁਰਸ਼ਾਂ ਨੂੰ ਕਿਵੇਂ ਯਾਦ ਕਰਦੇ ਹੋ?
ਕਿਉਂਕਿ ਉਹਨਾਂ ਨੇ ਵੀ ਕੁੱਲ ਲਕਾਈ ਤੱਕ ਖਾਸ ਤੌਰ ਤੇ ਜਿਹੜਾ ਇਹ ਵਰਕਿੰਗ ਕੀਤੀ ਔਰ ਆਪ ਸਵਾਮੀ ਈਸ਼ਵਰ ਦਾਸ ਜੀ ਬੜੇ ਨੇੜੇ ਤੋਂ ਲੋਕਾਂ ਦੇ ਨਾਲ ਜੁੜੇ ਹੋਏ ਸੀਗੇ। ਜਿਵੇਂ ਤੁਸੀਂ ਕਿਹਾ ਕਿ ਮੈਨੂੰ ਦੋਨੋਂ ਮਹਾਂਪੁਰਖਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ। ਸਵਾਮੀ ਸੰਦਾਸ ਜੀ ਦੀ ਸ਼ਰਨ ਦੇ ਵਿੱਚ ਮੈਂ ਆਪਣੀ 4.5 ਸਾਲ ਦੀ ਉਮਰ ਵਿੱਚ ਆਇਆ ਸੀ ਜੀ। ਔਰ ਸਵਾਮੀ ਈਸ਼ਵਰ ਦਾਸ ਜੀ ਵੀ ਉਹਨਾਂ ਦੇ ਸ਼ਿਸ਼ ਸਨ। ਉਹਨਾਂ ਨੇ ਬਹੁਤ ਵਧੀਆ ਐਜੂਕੇਸ਼ਨ ਸਵਾਮੀ ਈਸ਼ਵਰ ਦਾਸ ਮਹਾਰਾਜ ਨੂੰ ਪ੍ਰੋਵਾਈਡ ਕੀਤੀ। ਐਜ਼ ਅ ਰਿਜ਼ਲਟ ਆਫ ਵਿਚ ਕਿ ਸਵਾਮੀ ਈਸ਼ਵਰ ਦਾਸ ਜੀ ਗੁਰਬਾਣੀ ਤੇ ਸ਼ਾਸਤਰਾਂ ਦੀ ਕਥਾ ਮਿਲਾ ਕੇ ਕੰਪੈਰੀਟਿਵ ਸਟੱਡੀ ਕਰਦੇ ਸਨ। ਲੋਕ ਬਹੁਤ ਮਤਲਬ ਪ੍ਰਭਾਵਿਤ ਹੁੰਦੇ ਸਨ ਉਹਨਾਂ ਦੇ ਬਚਨਾਂ ਤੋਂ। ਔਰ ਸਵਾਮੀ ਸੰਤ ਦਾਸ ਮਹਾਰਾਜ ਨੇ ਮੈਨੂੰ ਵੀ ਚੰਗੀ ਐਜੂਕੇਸ਼ਨ ਪ੍ਰੋਵਾਈਡ ਕੀਤੀ। ਆਈ ਹੈਵ ਆਨਰ ਟੂ ਸੇ ਦਿਸ ਥਿੰਗ ਦੈਟ ਮੈਂ MA ਸੰਸਕ੍ਰਿਤ ਵਿੱਚ ਕੀਤੀ ਸੀ ਉਦੋਂ ਤੱਕ। ਉਹਦੇ ਬਾਅਦ ਲਾਅ ਗ੍ਰੈਜੂਏਸ਼ਨ ਵੀ ਕੀਤੀ ਤੇ ਸਵਾਮੀ ਸੰਤ ਦਾਸ ਮਹਾਰਾਜ ਨੇ ਸਾਨੂੰ ਐਜੂਕੇਸ਼ਨ ਅੱਛੀ ਪ੍ਰੋਵਾਈਡ ਕੀਤੀ। ਔਰ ਉਸ ਵੇਲੇ ਸਵਾਮੀ ਸੰਤ ਦਾਸ ਮਹਾਰਾਜ ਦੀ ਯਾਦ ਵਿੱਚ 1986 ਦੇ ਵਿੱਚ ਜਲੰਧਰ ਵਿੱਚ ਸਕੂਲ ਇਸੇ ਭਾਵਨਾ ਨਾਲ ਖੋਲ੍ਹਿਆ ਗਿਆ ਸੀ ਕਿ ਉਹ ਸਵਾਮੀ ਸੰਤ ਦਾਸ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਹੈ ਤੇ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਹੀ ਜਨਤਾ ਦੀ ਸੇਵਾ ਕੀਤੀ ਜਾਏ। ਔਰ ਸਵਾਮੀ ਫੀਸ ਚਾਰਜ ਕਰਦੇ ਆ ਜੀ ਔਰ ਉਹਦੇ ਬਦਲੇ ਸਾਰਾ ਸਿਸਟਮ ਮੇਨਟੇਨ ਹੁੰਦਾ ਹੈ। ਪਰ ਇਸ ਵੇਲੇ ਇਹ ਕੋਈ ਬਹੁਤ ਵੱਡੀ ਰਾਹਤ ਨਹੀਂ, ਇੱਕ ਛੋਟੀ ਜੀ ਰਾਹਤ। ਪਰ ਫਿਰ ਵੀ ਇਹਨਾਂ ਇੱਕ ਸਕੂਨ ਜਿਹੜਾ ਪੇਰੈਂਟਸ ਦੇ ਜ਼ਰੂਰ ਮਿਲੇਗਾ ਐਟਲੀਸਟ। ਇਸ ਗੱਲ ਨੂੰ ਮਤਲਬ ਦੱਸਦੇ ਹੋਏ ਮਾਣ ਮਹਿਸੂਸ ਕਰਦਾ ਐਟਲੀਸਟ ਇਹ 2 ਮਹੀਨੇ ਲਾਕਡਾਊਨ ਦੇ ਜਿਹੜੇ ਸੀਗੇ ਪਹਿਲੇ ਉਹਦੇ ਵਿੱਚ ਜ਼ਰੂਰ ਕੋਈ ਥੋੜ੍ਹਾ ਜਿਹਾ ਸੇਵਾ ਕਰਨ ਦਾ ਮਨ ਬਣਿਆ। ਔਰ ਇਹਦੇ ਵਿੱਚ ਸਹਿਯੋਗ ਰਿਹਾ ਮੇਰੇ ਸਾਰੇ ਸਹਿਯੋਗੀਆਂ ਦਾ, ਜਿਹੜੇ ਟਰਸਟੀਜ਼ ਨੇ, ਮਾਈਸੈਲਫ, ਬਾਬਾ ਰਾਮਦਾਸ ਜੀ, ਬਾਬਾ ਚਰਨਦਾਸ ਜੀ, ਦਿਵਿਆਨੰਦ ਜੀ, ਹੋਰ ਸਾਡੇ ਆਸ਼ਰਮ ਦੇ ਜਿਹੜੇ ਟਰਸਟੀਜ਼ ਨੇ, ਉਹਨਾਂ ਦੇ ਸੋਚ ਦਾ ਸਦਕਾ ਅਸੀਂ ਮਿਲ ਬੈਠ ਕੇ ਇਹੀ ਨਿਰਣਾ ਲਿਆ ਕਿ ਇਸ ਵੇਲੇ ਸਵਾਮੀ ਸੰਤ ਦਾਸ ਮਹਾਰਾਜ, ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿਆਂ, ਇਹ ਵਾਰਾ ਜਿਹੜਾ ਨਾ ਸਵਾਮੀ ਈਸ਼ਵਰ ਦਾਸ ਮਹਾਰਾਜ ਦੇ 75ਵੇਂ ਜਨਮ ਦਿਨ ਦਾ ਇੱਕ ਤਰ੍ਹਾਂ ਨਾਲ ਅੱਜ ਅੱਛਾ ਲੱਗਦਾ ਤੁਸੀਂ, ਕਿਉਂਕਿ ਬੜਾ ਵੱਡਾ ਸਮਾਂ ਉਹਨਾਂ ਨੇ ਬਤਾਇਆ ਹੈ। ਉਹਨਾਂ ਦੀ ਬਹੁਤ ਵੱਡੀ ਸੋਚ ਹੈ। ਉਹਨਾਂ ਦਾ 75ਵੇਂ ਸਾਲ ਤੇ ਇੱਕ ਤਰ੍ਹਾਂ ਨਾਲ ਡੈਡੀਕੇਸ਼ਨ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਹਿਊਮੈਨਿਟੀ ਕੁਝ ਹੋਰ ਸੇਵਾਵਾਂ ਕਰਦੇ, ਉਹਦੇ ਬਦਲੇ ਇਹ ਚੱਲਦੀਆਂ ਸੇਵਾਵਾਂ ਦੇ ਵਿੱਚੋਂ ਇਹੀ ਸੇਵਾ ਜੋ ਸੰਭਵ ਹੋ ਸਕੀ। तो एक बहुत बड़ा एफर्ट, एक बहुत बड़ा यतन जो किया है और पहल की है। एक तरह ना देखा जाए पंजाब दे विच पहल की है। पहला उस वेले जदों के मापे इस वेले बड़ी चिंता दे विच सन कि किवें मैनेज करन वो अप्रैल मई दी फीसां नूं। उस वेले बहुत वड्डी राहत स्वामी जो स्कूल है संत दास पब्लिक स्कूल फगवाड़ा और उन्होंने जलंधर ब्रांच ने भी की है। और अप्रैल मई के विच हुण मैनेजिंग कमेटी जो है कोई भी ट्यूशन फीस विद्यार्थियों तो नहीं लेगी। और साडे नाल इस खास मुलाकात विच स्वामी जी आए, उन्होंने बहुत बहुत धन्यवाद। और असीं आस करते हैं और साडी दुआ भी है कि आने वाले समय विच जिवें मौलिक ते नैतिक कदरां कीमतां दे विच ये स्कूल मोहरी रहा है, आने वाले समय विच वो विद्या के खेत्र विच इसी तरह चानन बनता रहेगा। स्वामी जी साडे नाल गलबात विच आए, तुहाडा बहुत बहुत धन्यवाद। धन्यवाद जी।